वालेकुम। वालेकुम सलाम। की हाल जी बुजुर्गो, ठीक हो? अल्लाह ਦੇ ਨਾਮ ਵਿੱਚ ਸ਼ੁਕਰ ਮਾਲਕ ਕੀ ਨਾਮ ਹੈ ਆਪਣਾ? ਅਰਸ਼ਦ ਅਲੀ। ਅਰਸ਼ਦ ਅਲੀ ਸਾਹਿਬ। ਅੱਛਾ ਸਾਹਿਬ, ਅਸੀਂ ਅੱਜ ਤੁਹਾਡੇ ਕੋਲ ਆਏ ਆ ਗਵਰਨਮੈਂਟ ਦੀਆਂ ਜਿਹੜੀਆਂ ਪਾਲਿਸੀਆਂ ਨੇ ਕਿਸਾਨ ਦੇ ਬਾਰੇ 'ਚ ਹਾਂਜੀ। ਉਹਦੇ ਬਾਰੇ ਕੋਈ ਗੱਲਬਾਤ ਕਰਨ ਆਏ ਆ। ਮੈਨੂੰ ਦੱਸੋ, ਗੰਦਮ ਦੀ ਕਟਾਈ ਦਾ ਸੀਜ਼ਨ ਚੱਲ ਰਿਹਾ ਹੈ ਤੇ ਤੁਸੀਂ ਇਸ ਬਾਰੇ ਕੀ ਕਰਦੇ ਕਿ ਜਿਹੜੀ ਗੰਦਮ ਗਵਰਨਮੈਂਟ ਨੇ ਰੇਟ ਕੱਢਿਆ, ਤੁਸੀਂ ਕਿਸ ਗੱਲ ਤੋਂ ਮੁਤਮਿਨ ਜੇ? ਨਹੀਂ, ਵਧਣਾ ਚਾਹੀਦਾ ਹੈ ਰੇਟ, ਕਿ ਘਟਣਾ ਚਾਹੀਦਾ? ਇਹ ਸੌ ਘਟ ਗਿਆ, ਘੱਟ ਹੋ ਗਿਆ ਘਟ ਗਿਆ। 3000 32 ਸੋਣੀ ਲੈਣ ਦੇ ਵਪਾਰੀ, ਕਿਉਂਕਿ ਵਪਾਰੀ ਲੈ ਨਹੀਂ ਰਹੇ। ਹਾਂ, ਹੁਣ ਚਾਹੀਦਾ 5000 ਰੇਟ। ਗਵਰਨਮੈਂਟ ਦਾ ਹਾਂ, ਤੇ ਹੁਣ ਥੱਲੇ ਨੂੰ ਕਰਾ ਗਿਆ, ਥੋੜਾ ਹੀ ਨਹੀਂ ਦੇ ਰਹੀ ਤੇ ਤੋੜੇ 6 ਤੋੜੇ ਦਿੰਦੇ ਨੇ ਕਿੱਲੇ ਦੇ, ਉਹ ਸ਼ਾਂ ਤੇਰਾ 7 ਮਣ ਪਈ ਕਣਕ ਦੂਜੀ ਕਿਤੇ ਸਾਡੇ ਕਦੀ ਵੀ ਦਾ, ਯਾਨੀ ਕਿ 1 ਏਕੜ ਤੋਂ ਸਿਰਫ 6 ਥੋੜੇ ਜਿਹੜੇ ਬਾਰਦਾਨਾ ਦਿੰਦੇ ਨੇ, 6 ਬਾਰਦਾਨਾ 6 ਤੋੜੇ ਦਿੰਦੇ ਨੇ, ਤੇ ਉਹਦੇ 7 ਮਣ 7.5 ਮਣ ਪਏਗੀ। ਬਾਕੀ 25 ਮਣ ਜਿਹੜੀ ਉਹ ਸੁੱਟ ਦੀ ਬਾਹਰ। ਤੇ ਤੁਹਾਡੇ ਕੋਲ ਵਪਾਰੀ ਵਗੈਰਾ ਜੋ ਵੈਸੇ ਨਹੀਂ ਪਰਚੇਸ ਕਰ ਰਹੇ ਕਿ ਮਿਲਾਂ ਵਾਲੇ ਵੀ ਉਹਨਾਂ ਵੀ ਤਾਂ ਇਹ ਵੇਖਣਾ ਹੈ ਨਾ ਵੀ ਅਸੀਂ ਕੀ ਕਰਨਾ ਹੈ, ਅਸੀਂ ਵੀ ਉਹਨਾਂ ਮੁਨਾਫਾ ਉਹਨਾਂ ਵੀ ਤਾਂ ਕਮਾਉਣਾ ਹੈ। ਆਹੋ, ਉਹਨਾਂ ਵੀ ਕਮਾਉਣਾ ਹੈ, ਉਹਨਾਂ ਨੇ ਸਾਨੂੰ ਤੇ ਜਿਹੜੇ ਗਵਰਨਮੈਂਟ ਇਹਨਾਂ ਨੇ ਐਲਾਨ ਕੀਤਾ ਤੇ ਰੋਟੀ ਵੀ ਸਸਤੀ ਕਰ ਰਹੇ ਨੇ, ਕਹਿੰਦੇ ਜੀ ਅਸੀਂ ਰੋਟੀ ਸਸਤੀ ਕੀਤੀ, ਇਸ ਵਾਰ ਤਾਂ ਗੰਦਮ ਵੀ ਜ਼ਰਾ ਰੇਟ ਘੱਟ ਹੈ। ਇਹਨਾਂ ਕਣਕ ਦਾ ਰੂਸ ਤੋਂ ਲੈ ਲਈ ਤੇ ਉਹਨਾਂ ਰੋਟੀ ਸਸਤੀ ਆਦੇ ਕਰੋ ਤੇ ਉਹ ਨਹੀਂ ਕਰਦੇ, ਉਦੋਂ ਵੀ ਬਾਕੀ ਕਰ ਦੇਣ, ਫਾਇਦਾ ਹੀ ਕੋਈ ਨਹੀਂ ਦਾ। ਜ਼ਿਮੀਂਦਾਰਾਂ ਨੂੰ ਤਾਂ ਲੈ ਕੇ ਮਾਰਤਾ ਇਨਸਾਨ ਦੇ ਹੱਥ ਕਰਕੇ। ਯਾਨੀ ਕਿ ਇਹ ਜਿਹੜੀ ਗਵਰਨਮੈਂਟ ਮੌਜੂਦਾ ਚੱਲ ਰਹੀ ਹੈ, ਇਹ ਜ਼ਿਮੀਂਦਾਰਾਂ ਦੇ ਬਹੁਤ ਯਾਨੀ ਕਿ ਸ਼ੋਰਾ 6000 ਦਾ ਤੋੜਾ ਬੱਬਰ ਸ਼ੇਰ ਦਾ ਵਿਕ ਗਿਆ ਹੈ, ਬੱਬਰ ਸ਼ੇਰ 6000 14-15,000 ਦਾ DAP ਵਿਕ ਗਿਆ। ਇਹ ਸਰਕਾਰੀ ਰੇਟ ਰਿਹਾ ਹੈ ਕਿ ਨਾ ਸਰਕਾਰੀ ਰੇਟ ਕੋ ਨਹੀਂ ਰਹਿੰਦਾ, ਸਰਕਾਰੀ ਉਦੋਂ ਤਾਂ ਨਾ ਗਿਣ ਕੇ ਤੇ ਸਰਕਾਰੀ ਤੋਂ ਵੀ ਉੱਪਰ ਯਾਨੀ ਕਿ ਉੱਤੇ ਚਲਾ ਗਿਆ, ਤੇ ਤੇਲ ਇਹ ਫਿਰ 10 ਰੁਪਏ ਵੱਧ ਗਿਆ। ਸਾਨੂੰ ਇੱਥੋਂ ਲੱਭਣਾ ਕੀ ਹੈ? ਇਹ ਕਣਕ ਦਾ ਚੁੱਕ ਕੇ 14000। ਤੁਹਾਡੀ ਕੀ ਕੋਈ ਡਿਮਾਂਡ ਹੈ ਕਿ ਗਵਰਨਮੈਂਟ ਨੂੰ ਕੀ ਕਰਨਾ ਚਾਹੀਦਾ? ਕੋਈ ਗੱਲ ਕਣਕ ਦਾ ਚਾਹੀਦੀ 5000 ਨੂੰ ਮਾਣ ਹੋਵੇ, 5000 ਨੂੰ ਮਾਨ ਹੋਵੇ, ਹਾਂ, ਫਿਰ ਜ਼ਿਮੀਂਦਾਰ ਦਾ ਕੁਝ ਨਾ ਕੁਝ ਬਚਤ ਆਵੇ। ਤੇ ਫਿਰ ਇਸ ਤਰੀਕੇ ਨਾਲ ਤੇ ਜਿਹੜੇ ਆਮ ਲੋਕ ਨੇ ਜਿਹੜੇ ਉਹਨਾਂ ਵਾਸਤੇ ਨਹੀਂ ਮੁਸ਼ਕਿਲ ਹੋ ਜਾਏਗੀ ਰੋਟੀ ਖਾਣਾ? ਉਹ ਕਣਕ ਵੱਢ ਕੇ ਬਣਾਉਣਗੇ, ਸੌ ਗਾਉਣਗੇ, ਲਿਜਾਣਗੇ, ਦਾਣੇ ਘਰ ਲੈ ਜਾਣਗੇ, ਉਹ ਛੇਤੀ ਵੱਢਣਗੇ। ਨਹੀਂ ਨਹੀਂ, ਸਾਰੇ ਤੇ ਜੇ ਸਸਤੀ ਹੋਈ ਤਾਂ ਨਾ ਅਸੀਂ ਦਿਹਾੜੀ ਕਰ ਆਉਣੇ ਆ, ਸਾਨੂੰ ਕਣਕ ਵੱਢਣ ਦੀ ਲੋੜ ਕਿਹੜੀ? ਉਹ ਜ਼ਿਮੀਂਦਾਰਾਂ ਦੇ ਬੋਝ ਆਉਣਾ ਸਾਰਾ। ਸਹੀ ਹੋ ਗਿਆ। ਤੇ ਤੁਸੀਂ ਇਹਨੂੰ ਕਿੰਨਾ ਖਰਚਾ, ਯਾਨੀ ਕਿ ਏਕੜ 'ਚ ਕਿੰਨਾ ਖਰਚਾ ਆ ਜਾਂਦਾ? ਇਹਦੇ 30,000 ਤੋਂ ਉੱਤੇ ਖਰਚਾ ਆ ਗਿਆ ਕਿੱਲੇ ਦੇ। ਇਹ ਜਿਹੜੀ ਖਾਦ ਵੀ ਤੇ 40-45,000 ਰੁਪਇਆ ਖਰਚਾ ਆਇਆ। DAP ਪਾਏ, ਯੂਰੀਆ ਪਾਏ, ਸਪਰੇਆਂ ਕੀਤੀਆਂ, ਦਵਾਈ ਪਾਈਆਂ ਨੇ, ਤੇ ਵਢਾਈ 5 ਮਣ ਪੱਕੀ ਦੇਣੀ, ਗਵਾਹੀ ਦੇਣੀ ਹੈ, ਫਿਰ ਉਹ ਕਿੱਧਰ ਜਾਣਾ ਜ਼ਿਮੀਂਦਾਰ? ਤੇ ਕਿੰਨੀ ਕੁ ਇੱਥੇ ਤੁਹਾਡੀ ਵੈਸੇ ਨਿਕਲ ਆਉਂਦੀ ਇੱਕ ਏਕੜ 'ਚੋਂ? 30 ਤੋਂ 35 ਮਣ ਆਦ ਚੰਗੀ ਕਣਕ ਜਿਹੜੀ 40 ਮਣ ਹੋ ਜਾਏਗੀ, ਨਹੀਂ ਤਾਂ 30 ਮਣਾ 32 ਮਣਾ ਦੇ ਰਹਿੰਦੀ। ਠੀਕ ਹੋ। ਉਹਦੇ 5-6 ਮਣ ਲੈ ਗਿਆ ਵਢਾਈ ਤੇ ਗਵਾਹੀ, ਮਗਰ 24-25 ਮਣ ਰਹੀ, ਉਹਦੇ 40-45,000 ਜੀ ਖਰਚਾ ਆਇਆ ਹੈ, ਤੇ ਉਹ ਜ਼ਿਮੀਂਦਾਰ ਕੀ ਕਰੇਗਾ? ਕੀ ਕਰੇਗਾ? ਠੀਕ। ਠੇਕਾ ਵੀ ਦੇਣਾ ਪੈਣੀਆਂ ਦਾ, ਜਿੰਨਾ ਠੇਕੇ ਦੇ ਲਈਆਂ ਉਹ ਮਰ ਗਏ ਥਾਂ ਤੇ। ਠੇਕੇਦਾਰ ਤੇ ਬਿਲਕੁਲ ਸਹੀ ਹੈ। ਜਿੰਦੇ ਮਾਲਕੀ ਚਲੋ ਉਹਨਾਂ ਨੂੰ ਦਾਣੇ ਖਾਣ ਜੋਗੇ ਬਚ ਜਾਣ। ਇਹਨਾਂ ਦੀ ਜਦੋਂ ਵੀ ਘੁੰਮਤ ਆਈ ਨਾ, ਸਹੀ ਹੋ ਗਿਆ। ਇਹਨਾਂ ਜ਼ਿਮੀਂਦਾਰ ਇਹਦਾ ਸਾਨੂੰ ਲੈ ਕੇ ਬਹਿ ਗਏ ਨੇ। ਅੱਛਾ, ਤੁਸੀਂ ਦੱਸੋ ਕਿ ਤੁਸੀਂ ਵੀ ਜ਼ਮੀਨ ਕਾਸ਼ਤਕਾਰੀ ਕੰਮ ਕਰਦੇ? ਕਾਸ਼ਤਕਾਰੀ, ਸਹੀ। ਤੇ ਤੁਸੀਂ ਕਿੰਨਾ ਖਰਚਾ ਆ ਗਿਆ ਤੁਹਾਡਾ, ਯਾਨੀ ਕਿ ਏਕੜ ਤੇ ਇੱਕ ਏਕੜ ਦਾ ਹੋਵੇ ਬਿਲਕੁਲ ਏਕੜ 35 ਤੋਂ 40,000 ਰੁਪਏ ਖਰਚਾ ਆਉਂਦਾ। ਖਰਚਾ ਆਉਂਦਾ? ਹਾਂਜੀ। ਠੀਕ ਹੋ ਗਿਆ। ਤੇ ਅੱਗੋਂ ਸੇਲ ਹੁਣ ਤੁਹਾਡਾ ਕੋਈ ਵਪਾਰੀ ਨਹੀਂ ਪੁੱਛ ਰਿਹਾ? ਵਪਾਰੀ 32, 33, 3400 ਵੱਧ ਨਹੀਂ ਲੈਂਦੇ ਪੈ ਗਏ। ਗਵਰਨਮੈਂਟ ਦਾ ਰੇਟ ਤੇ ਵੈਸੇ 3900 ਨਾ, ਤੁਸੀਂ ਉਹਨਾਂ ਨੂੰ ਕਿਹਾ ਨਹੀਂ ਕਿ ਯਾਰ 3900 ਰੁਪਇਆ ਤੇ ਸਰਕਾਰੀ ਰੇਟ ਤੇ? ਜਿੰਨਾ ਚੁੱਕ ਕੇ ਲਿਜਾਣੀ ਸਾਰਾ ਖੇਚਲ ਉਹਨਾਂ ਤੋਂ ਕੋਈ ਬਚਾਣਾ। ਉਹਦਾ ਵੀ ਉਹਦੇ ਕੋਲ ਕਦੇ ਉਹਨਾਂ ਵੀ ਪੈਸੇ ਕਮਾਣੇ ਨੇ। ਹਾਂ, ਤੇ ਫਿਰ ਇਹਦਾ ਮਤਲਬ ਤੁਹਾਨੂੰ ਤੇ ਕੋਈ ਚੀਜ਼ ਨਹੀਂ ਫਿਰ ਬਚੀ, ਤੁਸੀਂ ਮਿਹਨਤ ਜਿਹੜੀ ਕੀਤੀ ਹੈ ਜ਼ਮੀਨ ਦੇ। ਦੇਖੋ ਜਿਹੜਾ ਠੇਕੇਦਾਰ 80,000 ਰੁਪਇਆ 90,000 ਰੁਪਇਆ ਠੇਕਾ ਪੈਲੀ ਦਾ, ਕਿ ਸਮਾਈ ਨੂੰ 40 ਪੈ ਗਿਆ, 40 ਉਹ ਕੱਢੋ, ਇਸ ਤੋਂ ਖਰਚੇ ਕੱਢੋ, ਕੀ ਬਚਣਾ ਜ਼ਿਮੀਂਦਾਰਾਂ ਨੂੰ? ਜ਼ਿਮੀਂਦਾਰ ਤਾਂ ਵਿਹਲੇ ਹੀ ਨੇ। ਤੁਸੀਂ ਵੀ ਜ਼ਮੀਨ ਦਾ ਖਾਤੇ ਨਾ? ਹਾਂ, ਉਹਦੀ ਜ਼ਿਮੀਂਦਾਰੇ ਕਰਨੇ, ਹੋਰ ਕੀ ਕਰਨਾ। ਤੇ ਤੁਸੀਂ ਕੀ ਇਸ ਗਵਰਨਮੈਂਟ ਦੀਆਂ ਪਾਲਿਸੀਆਂ ਜਿਹੜੀਆਂ ਉਹਨਾਂ ਬਣਾਈਆਂ ਨੇ, ਕੋਈ ਖੁਸ਼ ਹੋਣੇ? ਉਹ ਤਗੜੇ ਨੇ ਅਸੀਂ ਮਾਣੇ। ਉਹ ਤਾਂ ਜ਼ਾਹਿਰ ਗੱਲ ਤਗੜੇ ਨੇ, ਗਵਰਨਮੈਂਟ ਦੇ ਤਗੜੇ ਹੀ ਨੇ, ਲੇਕਿਨ ਉਹ ਹੁਣ ਜੋ ਰੇਟ ਕੱਢਿਆ ਉਹਨਾਂ ਨੇ, ਜੇ ਗੰਦਮ ਦੇ ਹਿਸਾਬ ਨਾਲ ਜੋ ਤੁਹਾਨੂੰ ਇੰਨੀ ਲਾਗਤ ਪੈ ਰਹੀ ਹੈ, ਉਹਦੇ ਵਿੱਚ ਤੁਸੀਂ ਖੁਸ਼ ਜੇ? ਬਸ ਕੁਛ ਵੀ ਨਹੀਂ ਬਚਣਾ, ਕੁਝ ਕੋਈ ਨਹੀਂ, ਕੁਛ ਨਹੀਂ ਬਚਣਾ, ਠੀਕ ਹੋ ਗਿਆ। ਇਹਦੇ 'ਚ ਕੁਛ ਨਹੀਂ ਬਚਣਾ। ਕੁਛ ਨਹੀਂ ਬਚਣਾ। ਤੁਸੀਂ ਕੋਈ ਪੈਗਾਮ ਦੇਣਾ ਚਾਹੋ ਗਵਰਨਮੈਂਟ ਨੂੰ ਕਿ ਜੀ ਇਹ ਬਿਹਤਰ ਇਹ ਹੱਲ ਹੈ ਸਾਡਾ, ਜਾਂ ਸਾਨੂੰ ਕੋਈ ਨਹੀਂ ਗੱਲ ਸੁਣਦਾ।
ਕੋਈ ਨਹੀਂ ਸੁਣਦਾ। ਤੇ ਤੁਹਾਡਾ ਕਿਸਾਨ ਦਾ ਕੋਈ ਇੱਕ ਉਹ ਹੈ ਨਾ, ਯੂਨੀਅਨ ਵੀ ਤਾਂ ਹੈ ਨਾ ਇਤਿਹਾਦ, ਉਹ ਨਹੀਂ ਕੋਈ ਗੱਲ ਕਰਦੇ ਗਵਰਨਮੈਂਟ ਨਾਲ ਜਾਂ ਨੂੰ ਕਹਿੰਦੇ ਕਿ ਜੀ ਸਾਡੇ ਬੰਦਿਆਂ ਦੇ ਬਾਰੇ ਸੋਚੋ ਜੀ ਸਾਡੇ ਕੋਲ ਨਹੀਂ ਕੋਈ ਨਹੀਂ ਕਰਦਾ। ਕੋਈ ਵੀ ਨਹੀਂ ਬੋਲਦਾ। ਹਾਂ ਜਿਹਨੂੰ ਪੈਸੇ ਫੜਾ ਉਹ ਤੇਰੀ ਗੱਲ ਕਰੇਗਾ ਦੂਜਾ ਕੋਈ ਨਹੀਂ। ਤਗੜੇ ਨੇ ਖਾ ਜਾਂਦੇ ਰਾਹ ਵੀ ਉਤੋਂ। ਸਹੀ ਹੋ ਗਿਆ। ਚਲੋ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀ ਜਿਹੜੀ ਗੱਲ ਹੈ ਚਲੋ ਅੱਲਾ ਕਰੇ। ਲੋਕਾਂ ਤੱਕ ਅਸੀਂ ਨਾ ਇਹਦੀ ਚਾਹੀਏ ਨਵਾਜ਼ ਸ਼ਰੀਫ ਦੀ ਜੀ। 5000 ਰੁਪਇਆ ਜੀ 5000 ਰੁਪਇਆ ਜੀ ਝੋਨੇ ਦੀ ਮਾਰੇ ਗਏ ਨੇ ਦਿਆਂਗੇ। ਠੀਕ ਹੈ। ਜਿਹੜੇ ਜ਼ਿਮੀਂਦਾਰ ਉਹਨਾਂ ਨੂੰ ਨਹੀਂ ਲੱਭਾ, ਜਿਹੜੇ ਬਗੈਰ ਜ਼ਿਮੀਂਦਾਰ ਸਨ। ਬਾਰਿਸ਼ਾਂ ਹੋਈਆਂ ਨੇ ਸਲਾਬ ਆਏ ਨੇ ਉਹਨਾਂ ਦੀ ਗੱਲ ਕਰ। ਹਾਂਜੀ ਕਿਸੇ ਜ਼ਿਮੀਂਦਾਰ ਨੂੰ ਬਹੁਤ ਘੱਟ ਨੇ। ਹੁਣ 40 ਕਿੱਲਿਆਂ ਦਾ ਮੇਰਾ ਭਾਈ ਵੱਡਾ ਮਾਲਕ ਹੈ। ਠੀਕ ਹੋ ਗਿਆ। ਹੁਣ ਕੁਛ ਰੁਪਇਆ ਲੱਭਾ। ਤੁਹਾਨੂੰ ਵੀ ਨਹੀਂ ਦਿੱਤੀ 15 ਕਿੱਲਿਆਂ ਦਾ ਮੈਂ ਮਾਲਕ, ਮੈਨੂੰ ਦਵਾਨੀ ਨਹੀਂ ਲੱਭੀ। ਇੱਥੇ ਕਿੱਲਾ ਵਿਗਾ ਵਾਲੇ ਜਿਹਨਾਂ ਨੂੰ ਉਹਨਾਂ ਨੂੰ ਰੁਪਈਏ ਮਿਲੇ ਨੇ। ਇਹ ਕਿਸ ਤਰ੍ਹਾਂ ਹੋ ਗਿਆ ਵੀ ਜਿਹੜੇ ਜ਼ਿਆਦਾ ਮਾਲਕ ਨੇ ਉਹਨਾਂ ਨੂੰ ਕੁਝ ਨਹੀਂ ਮਿਲਿਆ ਤੇ ਜਿਹੜੇ ਬੇਮਾਲਕ ਸਨ ਉਹਨਾਂ ਨੂੰ ਮਿਲਿਆ। ਉਹ ਜਿਨ੍ਹਾਂ ਨੂੰ ਵੋਟ ਜਿਹੜੇ ਦਿੰਦੇ ਹਨ ਉਹਨਾਂ ਨੂੰ ਦੇ ਦੇ, ਜਿਨ੍ਹਾਂ ਨੂੰ ਨਹੀਂ ਦਿੱਤੇ ਉਹਨਾਂ ਨੂੰ ਨਹੀਂ ਦਿੱਤੇ। ਹੁਕੂਮਤ ਇਹੋ ਜੀ ਏ। ਤੇ ਉਹ ਰਿਕਾਰਡ ਨਹੀਂ ਦੇਖਦੇ ਕਿ ਜੀ ਇਹ ਸਾਡੇ ਰਿਕਾਰਡ ਤੇ ਇੰਨਾ ਮਾਲਕ ਹੈ ਤੇ ਅਸੀਂ ਇਹਨੂੰ ਦੇਣੇ ਨੇ, ਐਦਾਂ ਕੋਈ ਅੱਛਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ 180 ਸੀਟਾਂ ਇਮਰਾਨ ਖਾਨ ਲੈ ਰਿਹਾ, ਹਾਂਜੀ ਤੁਹਾਨੂੰ ਪੂਰੇ ਮੁਲਕ ਨੂੰ ਪਤਾ ਹੈ। ਜੀ ਜੀ। ਬਾਕੀ ਸੀਟਾਂ ਦੀਆਂ ਕਿੱਧਰ ਗਈਆਂ? ਕੋਈ ਲੋਕਾਂ ਦੇ ਕੁਰਤੀ ਚੱਲੇ ਇਹੋ ਕੋਈ ਸਾਡੇ ਨਾਲ ਕਰਦੇ ਨੇ, ਜੋ ਕੁਝ ਉਹਦੇ ਨਾਲ ਕਰਤਾ ਨੇ। ਉਹਨੂੰ ਫੜ ਕੇ ਜੇਲ੍ਹ 'ਚ ਦੇਤਾ ਨੇ। ਠੀਕ ਹੈ। ਉਹਨੇ ਕੀ ਇਹਨਾਂ ਦੀ ਖੋਤੀ ਕੱਢ ਲਈ ਸੀ? ਸਹੀ ਕੁਛ ਨਹੀਂ ਕੀ ਕੀਤਾ ਉਹਨੇ। ਸਹੀ ਸਹੀ ਸਹੀ। ਨਹੀਂ ਉਹਨੇ ਤੇ ਉਹ ਤੇ ਗੱਲ ਕਰਦਾ ਪਾਕਿਸਤਾਨ ਦੀ ਆਵਾਮ ਦੀ। ਉਹ ਪਾਕਿਸਤਾਨ ਦੀ ਆਵਾਮ ਨੂੰ ਉਹਨੇ ਸ਼ੂਰ ਦਿੱਤਾ ਵੀ ਇਹ ਕੁਝ ਹੋ ਰਿਹਾ ਹੈ ਤੁਹਾਡੇ ਮੁਲਕ ਦੇ ਵਿੱਚ, ਮੈਂ ਰਵਾਂ ਜਾਂ ਨਾ ਰਵਾਂ ਤੁਹਾਨੂੰ ਮਸ਼ਹੂਰ ਦੇਤਾ। ਸਹੀ ਗੱਲ। ਇਹ ਗੱਲ ਪੱਕੀ ਹੈ। ਆਵਾਮ ਬੜਾ ਖੁਸ਼ਹਾਲ ਤੇ ਸਾਨੂੰ ਕੀ ਇਹਨਾਂ ਦੇਣਾ ਹੈ? ਜਦੋਂ ਵੀ ਜ਼ਰਾਇਤ ਤੇ ਇਹਨਾਂ ਦੀ ਹਕੂਮਤ ਆਈ ਨਾ, ਤਾਜਰ ਨੂੰ ਦੇਣਗੇ ਤਾਂ ਜ਼ਰਾਇਤ ਦਾ ਬੇੜਾ ਬਹਾ ਦੇਣਗੇ। ਤੇ ਜ਼ਰਾਤ ਵੀ ਤੇ ਪਾਕਿਸਤਾਨ ਦੀ ਇੱਕ ਮੁਸ਼ਤ ਦੇ ਵਿੱਚ, ਯਾਨੀ ਕਿ ਇੱਕ ਜ਼ਰਾਇਤ ਤੋਂ ਬਗੈਰ ਹਕੂਮਤ ਨਹੀਂ ਚੱਲਦੀ। ਨਹੀਂ ਚੱਲਦੀ। ਜ਼ਰਾਤ ਦੇ ਇੱਕ ਯਾਨੀ ਕਿ ਵਾਸ਼ੀ ਹੱਬ ਹੈ, ਯਾਨੀ ਕਿ ਵਜ੍ਹਾ ਹੈ ਵੀ ਰੀੜ੍ਹ ਦੀ ਹੱਡੀ ਹੈ ਜਦੋਂ ਪਾਕਿਸਤਾਨ ਵਾਸਤੇ। ਇਮਰਾਨ ਖਾਨ ਦੀ ਹਕੂਮਤ ਦੀ ਹਕੂਮਤ ਸੀ ਨਾ ਜ਼ਰਦਾਰੀ ਦੀ, ਮੈਂ ਟਰੈਕਟਰ ਲਿਆ ਸੀ ਉਦੋਂ। ਠੀਕ ਹੋ ਗਿਆ। 1 ਮਹੀਨੇ ਦੇ ਵਿੱਚ 1 ਲੱਖ ਰੁਪਇਆ ਟਰੈਕਟਰ ਚੜਿਆ। ਅਸੀਂ ਜ਼ਿੰਦਗੀ 'ਚ ਨਹੀਂ ਵੇਖਿਆ। ਹਰ ਸਾਲ 10-5 ਹਜ਼ਾਰ ਚੜ੍ਹਦਾ ਹੁੰਦਾ ਸੀ। ਕੋਈ ਗੱਲ ਨਹੀਂ। ਮਹਿੰਗਾਈ ਇਹਨੇ ਜ਼ਰਦਾਰੀ ਨੇ ਸ਼ੁਰੂ ਕੀਤੀ। ਕਢਾਉਂਦੇ ਨੇ ਪਏ ਉਹ ਹੁਣ ਮਾੜਾ ਬੰਦਾ ਟਰੈਕਟਰ ਨਹੀਂ ਲੈਣ ਡਿਆ। ਹੁਣ ਅਸੀਂ ਕਿਧਰ ਨੂੰ ਜਾਵਾਂਗੇ ਦੱਸੋ ਸਾਨੂੰ। अस्सलाम वालेकुम। वालेकुम सलाम जी। जी की हाल है सर? ठीक हो? अल्लाह का शुक्र है, ठीक की ठाक। नाम अपना? हाफिज अबू बकर रिजवी जी। जी हाफिज साहब बहुत अच्छा लगा तेन मिल के। अच्छा मैंने दसो अपना पेशा की यानी कि जिम्मेदारा करते आप? ਜ਼ਿਮੀਂਦਾਰ ਬਾਪ ਦਾਦਾ ਕਰਦੇ ਰਹੇ ਨੇ, ਅਲਹਮਦੁਲਿਲਾ ਇਹੋ ਕੰਮ ਨੇ ਸਾਰੇ ਮਾਮਲੇ। ਸਹੀ। ਸ਼ੁਕਰ ਅਲਹਮਦੁਲਿਲਾ। ਅੱਛਾ ਤੁਸੀਂ ਇਹ ਜਿਹੜਾ ਗਵਰਨਮੈਂਟ ਨੇ ਰੇਟ ਕੱਢਿਆ ਆਪਣਾ ਇਸ ਦਫਾ 3900 ਰੁਪਇਆ, ਕਿ ਤੁਸੀਂ ਇਸ ਗੱਲ ਤੋਂ ਮੁਤਮਿਨ ਜੇ ਤੁਸੀਂ ਯਾਨੀ ਕਿ ਜਿਹੜੇ ਖਰਚੇ ਆਉਂਦੇ ਨੇ ਪੈ ਉਹ ਰੇਟ ਦੇ ਮੁਤਾਬਕ ਤੁਸੀਂ ਇਹ ਠੀਕ ਨੇ, ਰੇਟ ਠੀਕ ਹੈ ਖਰਚਿਆਂ ਦੇ ਮੁਤਾਬਕ ਜਾਂ ਜ਼ਿਆਦਾ ਹੋਣਾ ਚਾਹੀਦਾ? अगर अखराजात देखिए तो ज़्यादा ने, बिजली भी महंगी है, डीजल भी महंगा है, फिर मामला तो बहुत ज़्यादा ने, ठीक है। उस हिसाब नाल रेट कम है। ਤੇ ਖਾਦਾਂ ਵੀ ਮਹਿੰਗੀ, ਹਰ ਚੀਜ਼ ਮਹਿੰਗੀ। ਸਾਰੀ ਗੱਲ ਹੈ ਕਿਸਾਨ ਵੀ ਆਪਣੇ ਭਰਾ ਨੇ, ਬੇਗਾਨੇ ਥੋੜੇ ਨੇ। ਹਾਂਜੀ। ਇਹਨਾਂ ਕੋ ਅਰਨਿੰਗ ਅੱਛੀ ਆਏਗੀ ਤੇ ਸਾਡੇ ਤੱਕ ਮਾਮਲਾ ਬਿਹਤਰ ਪਹੁੰਚਣਗੇ। ਜੀ ਜ਼ਾਹਰੀ ਗੱਲ ਹੈ ਜੀ, ਇਹਨਾਂ ਕੋ ਪੈਸੇ ਆਣਗੇ ਵੀ ਖਰਚਣਗੇ ਤੇ ਅੱਗੇ ਇੱਕ ਸਰਕਲ ਬਣੇਗਾ, ਹਰ ਬੰਦੇ ਤੇ ਪੈਸੇ ਦਾ ਫਲੋ ਬਣੇਗਾ ਤੇ ਜਾਏਗਾ ਪੈਸਾ। ਬਿਲਕੁਲ। ਅਗਰ ਗਵਰਨਮੈਂਟ ਨੇ ਰੇਟ ਕਮ ਕਰਨਾ ਹੈ ਨਾ, ਤੇ ਗਵਰਨਮੈਂਟ ਨੂੰ ਚਾਹੀਦਾ ਇਹਨਾਂ ਨੂੰ ਕੁਝ ਥੋੜੀ ਸਹੂਲਤ ਦੇਣ, ਇਹਨਾਂ ਵਾਸਤੇ ਖਾਦ ਸਸਤੀ ਕਰਨ, ਇਹਨਾਂ ਵਾਸਤੇ ਬਿਜਲੀ ਦਾ ਨਿਜ਼ਾਮ ਬਿਹਤਰ ਕਰਨ। ਜਿਸ ਤਰ੍ਹਾਂ ਸਾਡੇ ਹਮਸਾਇਆ ਮੁਲਕ 'ਚ ਉਹਨਾਂ ਕਿਸਾਨਾਂ ਵਾਸਤੇ ਬਹੁਤ ਬਿਹਤਰ ਹੈ, ਬਹੁਤ ਜ਼ਿਆਦਾ ਬਿਹਤਰ ਹੈ। ਸਸਤਾ ਕਰ ਦੇਣਗੇ ਤੇ ਇਨਸ਼ਾਅੱਲਾ ਆ ਚੀਜ਼ਾਂ ਵੀ ਅੱਛੀਆਂ ਇਹਨਾਂ ਨੂੰ ਮਿਲਣਗੀਆਂ, ਗੰਦਮ ਵੀ ਸਾਡੀ ਅੱਛੀ ਤਿਆਰ ਹੋਏਗੀ, ਬਰਕਤ ਵੀ ਅੱਲਾ ਦੇ ਹੁਕਮ ਨਾਲ ਇਨਸ਼ਾਅੱਲਾ ਹੋਏਗੀ। ਦੂਸਰੀ ਮੈਂ ਵੀ ਗੱਲ ਸੁਣੀ ਕਿ ਗਵਰਨਮੈਂਟ ਨੇ ਤੇ ਪੇ ਰੇਟ ਤੇ ਕੱਢਦਾ 3900 ਰੁਪਏ, ਲੇਕਿਨ ਜਿਹੜੇ ਜ਼ਿਮੀਂਦਾਰਾਂ ਕੋ ਕਣਕ ਖਰੀਦ ਵੀ ਨਹੀਂ ਰਹੀ ਗਵਰਨਮੈਂਟ ਇਸ ਦਫਾ। ਉਹ ਵਿਚਾਰੇ ਬੜੇ ਮਜਬੂਰ ਨੇ ਕਿ ਅਸੀਂ ਕਿੱਧਰ ਲੈ ਕੇ ਜਾਈਏ ਆਪਣੀ ਗੰਦਮ। ਮੈਂ ਇੱਕ ਥੋੜੀ ਜਿਹੀ ਮਜ਼ਬੀ ਗੱਲ ਟੱਚ ਕਰ ਦੇਵਾਂ। ਜੀ ਜੀ। ਇੱਕ ਸਾਬੀ ਰਸੂਲ ਸਨ, ਉਹਨਾਂ ਦਾ ਨਾ ਦੌਰ ਆਇਆ ਤੇ ਉਹ ਥੋੜਾ ਜਿਹਾ ਨਾ ਜ਼ਰਾ ਠਾਠ ਬਾਠ ਸੀ ਤੇ ਉਹਨਾਂ ਦੇ ਵਜ਼ੀਰ ਮਸ਼ੀਰ ਜਾ ਲੱਗੇ ਤੇ ਕਿਸਾਨਾਂ ਨੇ ਕਿਹਾ ਜੀ ਤੁਸੀਂ ਬੈਜੋ ਤੁਹਾਨੂੰ ਦੇਣੇ ਆ। ਤੇ ਉਹ ਬਸ ਮਾਮਲਾ ਠੀਕ ਨਹੀਂ ਚੱਲੇ। ਹਜ਼ਰਤ ਉਮਰ ਪਾਕ ਰਜ਼ੀ ਅੱਲਾਹ ਤਾਲਾ ਦਾ ਦੌਰ ਸੀ ਨਾ, ਆਪ ਦੇ ਵਜ਼ੀਰ ਮਸ਼ੀਰ ਗਏ ਜਿਸ ਤਰ੍ਹਾਂ ਜਾਨ ਦਾ ਹੱਕ ਸੀ, ਤੇ ਕਿਸਾਨਾਂ ਨੇ ਜਿੱਥੇ 1.5 ਦੇਣੀ ਸੀ ਨਾ ਉੱਥੇ 2-2 ਪਾ ਕੇ ਦਿੱਤੀਆਂ ਕਿ ਨਹੀਂ ਤੁਸੀਂ ਲੈ ਜਾਓ। ਹਾਂਜੀ, ਜਦੋਂ ਹੁਕਮਰਾਨ ਟੈਟ ਹੋਣਗੇ ਨਾ ਇਨਸ਼ਾਅੱਲਾ ਫਿਰ ਸਭ ਕੁਝ ਠੀਕ ਹੋ ਜਾਂਦਾ ਹੈ, ਜਦੋਂ ਹੁਕਮਰਾਨ ਹਜ਼ਰਤ ਉਮਰ ਜੈਸੇ ਹੋਣ ਤੇ। ਲੇਕਿਨ ਹੁਣ ਜਿਹੜੇ ਨੇ ਸਾਨੂੰ ਅਸੀਂ ਤੇ ਉਹਨਾਂ ਦੇ ਜਿਹੜੇ ਉਹ ਤੇ ਦੂਰ ਦੀ ਗੱਲ ਹੈ, ਉਹਨਾਂ ਦੀ ਕੋਈ ਖਾਕ ਵਰਗਾ ਵੀ ਉਹ ਨਹੀਂ ਹੈ। ਅੱਲਾਹੁ ਅਕਬਰ। ਬਿਲਕੁਲ ਇਹ ਨਹੀਂ ਆ ਨਹੀਂ ਸਕਦਾ ਨਾ ਬਿਲਕੁਲ ਵੀ, ਲੇਕਿਨ ਜ਼ਰੂਰਤ ਤੇ ਵੈਸੇ ਸਾਨੂੰ ਉਹਨਾਂ ਜੈਸਾ ਹੁਕਮਰਾਨ ਦਿਖੀ ਹੈ। ਬਿਲਕੁਲ ਤੇ ਉਹਨਾਂ ਲੇਕਿਨ- ਜੈਸੀ ਹੈ। ਲੇਕਿਨ ਕੁਛ ਸਾਨੂੰ ਵੀ ਬਿਹਤਰੀ ਕਰਨੀ ਚਾਹੀਦੀ, ਆਪਣੇ ਆਪ 'ਚ ਵੀ ਕੁਛ
ਇਹ 'ਚ ਕੋਈ ਸ਼ੱਕ ਨਹੀਂ। ਸਾਨੂੰ ਚਾਹੀਦਾ ਕਿ ਅਸੀਂ ਮਨੋਨ ਇਸਲਾਮ ਉਤੇ ਅਮਲ ਕਰੀਏ, ਜਿਸ ਤਰ੍ਹਾਂ ਇਸਲਾਮ ਨੇ ਦੱਸਿਆ ਹੈ। ਕਿਸਾਨਾਂ ਨੂੰ ਸਭ ਤੋਂ ਪਹਿਲੇ ਚਾਹੀਦਾ ਆਪਣਾ ਉਸ਼ਰ ਕੱਢਣ ਗੰਦਮ ਚੋਂ। ਇਨਸ਼ਾਅੱਲਾ ਇਹ ਅੱਲਾ ਤੇ ਤਵੱਕਲ ਰੱਖ ਕੇ ਉਸ਼ਰ ਕੱਢਣ, ਦੇਖਣਾ ਕਿਵੇਂ ਬਰਕਤ ਹੁੰਦੀ। ਇਹਨਾਂ ਦਾ 4000 ਰੁਪਏ ਰੇਟ ਵੀ ਇਨਸ਼ਾਅੱਲਾ ਕਾਫੀ ਹੋ ਜਾਣਾ ਹੈ। ਇਹ ਤੁਸੀਂ ਕਿੰਨਾ ਉਸ਼ਰ ਹੁੰਦਾ, ਯਾਨੀ ਕਿ ਇਹਨਾਂ ਗੰਦਮ ਦਾ ਕੋਈ 10% ਉਸ਼ਰ ਇਹਦੇ 10% ਹੁੰਦਾ? ਹਾਂਜੀ, 10%। ਜਿੰਨੀ ਇੱਕ ਏਕੜ ਚੋਂ ਗੰਦਮ ਨਿਕਲਦੀ ਹੈ, ਯਾਨੀ ਜਿੰਨੇ ਮਾਨ ਨਿਕਲਦੀ ਉਹਦਾ 10% 10% ਹੋਏਗਾ ਜੀ। ਉਹ ਵੀ ਚਾਹੇ ਗੰਦਮ ਦੇ ਦੇਣ ਚਾਹੇ ਉਹਦੇ ਪੈਸੇ ਦੇ ਦੇਣ। ਬਿਹਤਰ ਹੈ ਗੰਦਮ ਦਿੱਤੀ ਜਾਓ, ਜ਼ਿਆਦਾ ਬਿਹਤਰ ਹੈ। ਠੀਕ ਹੋ ਗਿਆ। ਅਗਰ ਪੈਸੇ ਵੀ ਦੇਣ ਤੇ ਉਹ ਵੀ ਠੀਕ ਉਹ ਵੀ ਹੈ। ਠੀਕ। ਲੇਕਿਨ ਇਹ ਤੇ ਦੋ ਚੀਜ਼ਾਂ ਨੇ, ਜਿਹੜੀ ਅਗਰ ਬਾਰਿਸ਼ ਦੀ ਗੰਦਮ ਹੋਏਗੀ ਨਾ ਉਹ ਤੇ 10% ਹੈ, ਜਿਹੜੀ ਮਸਨੂਈ ਹੈ ਉਹ ਤੇ 5% ਹੈ। ਮਸਨੂਈ ਤੋਂ ਮਰਾ ਯਾਨੀ ਕਿ ਜਿਹੜੀ ਖੁਦ ਪਾਣੀ ਲਿਆ ਜਾਂਦਾ। ਹਾਂਜੀ, ਉਹਦੇ ਚ 5% ਹੈ। ਬਾਰਿਸ਼ੀ ਜਿਹੜੀ ਹੈ ਨਾ ਜਿਹੜੀ ਬਾਰਿਸ਼ ਦੇ ਪਾਣੀ ਨਾਲ ਹੋਈ ਉਹ ਉਹਦਾ ਤੇ 10% 10% ਹੈ। ਕਿਉਂਕਿ ਇਸਲਾਮ ਦਾ ਦੇਖੋ ਕਾਨੂੰਨ ਕੈਸਾ, ਕਿੰਨਾ ਪਿਆਰਾ ਕਾਨੂੰਨ ਹੈ ਕਿ ਕੁਦਰਤੀ ਤੌਰ ਤੇ ਚੀਜ਼ ਅੱਲਾ ਨੇ ਤੁਹਾਨੂੰ ਅਤਾ ਕੀਤੀ ਹੈ, ਤੁਸੀਂ ਉਹਦੇ ਮਾਲਕ, ਤੁਸੀਂ ਉਹਨੂੰ ਜ਼ਿਆਦਾ ਦਿਓ। ਤੁਸੀਂ ਆਪ ਮਿਹਨਤ ਕਰਕੇ ਬਣਾਈਏ, ਫਿਰ ਇਸਲਾਮ ਨੇ ਉੱਥੇ ਵੀ ਅਲਹਮਦੁਲਿਲਾ ਤੁਹਾਡਾ ਖਿਆਲ ਰੱਖਿਆ ਕਿ ਤੁਸੀਂ 5% ਦੇ ਹਾਂਜੀ ਆਪਣਾ ਅਖਰਾਜਾਤ ਬਚਾਓ, ਤੁਸੀਂ ਘੱਟ ਇਸਤੇਮਾਲ ਕਰੋ। ਠੀਕ ਹੋ ਗਿਆ। ਚਲੋ ਜੀ, ਬਹੁਤ ਸ਼ੁਕਰੀਆ। ਇੱਕ ਬੜੀ ਅੱਛੀ ਗੱਲ ਤੁਸੀਂ ਦੱਸੀ ਹੈ। ਸ਼ੁਕਰ ਕਿ ਅਲਹਮਦੁਲਿਲਾ ਸਾਡੇ ਇਸਲਾਮ ਦੇ ਵਿੱਚ ਇਹ ਚੀਜ਼ਾਂ ਬਹੁਤ ਜ਼ਿਆਦਾ ਲੋਕਾਂ ਨੂੰ ਇਹ ਚੀਜ਼ਾਂ ਨਹੀਂ ਪਤਾ ਹਾਂਜੀ ਹੁੰਦੀਆਂ। ਬਿਲਕੁਲ। ਮੈਂ ਜਿਤਨੇ ਵੀ ਪੰਜਾਬ ਦੇ, ਸਾਡੇ ਇਸ ਪੰਜਾਬ ਦੇ, ਉਸ ਪੰਜਾਬ ਦੇ ਜਿਹੜੇ ਸਾਡੇ ਮੁਸਲਮਾਨ ਨੇ, ਸਾਰੇ ਅੱਗੇ ਪੈਗਾਮ ਹੈ ਕਿ ਤੁਸੀਂ ਆਪਣਾ ਉਸ਼ਰ ਲਾਜ਼ਮੀ ਕੱਢੋ, ਗਰੀਬਾਂ ਦਾ ਹਿੱਸਾ ਕੱਢੋ। ਇਨਸ਼ਾਅੱਲਾ ਦੇਖਣਾ ਅੱਲਾਹ ਰੋਜ਼ੇ ਰਸੂਲ ਤੇ ਤਵੱਕਲ ਰੱਖੋ, ਤੁਹਾਡੇ ਚ ਬਰਕਤਾਂ ਹੀ ਬਰਕਤਾਂ, ਰਹਿਮਤਾਂ ਹੀ ਰਹਿਮਤਾਂ। ਇਨਸ਼ਾਅੱਲਾ ਜੀ, ਬਹੁਤ ਸ਼ੁਕਰੀਆ। अस्सलामुअलैकुम। वालेकुम सलाम। ਕੀ ਹਾਲ ਜਨਾਬ? ਠੀਕ ਹੋ? हाँ जी ठीक ਕੀ ठाक। ਨਾਮ ਆਪਣਾ? शफाकत अली। ਸ਼ਫਾਕਤ ਅਲੀ ਸਾਹਿਬ, ਤੁਸੀਂ ਕਣਕ ਦੀ ਕਟਾਈ ਕਰ ਰਹੇ ਜੇ ਤੇ ਤੁਸੀਂ ਕੀ ਹਿਸਾਬ ਕਿਤਾਬ ਕਿੰਨੀ ਹੈ ਕਿ ਏਕੜ ਦੀ ਲੈਂਦੇ ਜੀ? ਅਸੀਂ ਸਰ ਜੀ ਏਕੜ ਦੇ ਲੈਨੇ 4 ਮਣ। ਚਾਰ ਵੱਢ ਕੇ ਬੰਨ ਕੇ ਗਾ ਕੇ ਜਿੱਥੇ ਜਿੱਥੇ ਲਾ ਕੇ ਦਾਣੇ ਚੁੱਕ। ਸਾਰੀ ਯਾਨੀ ਕਿ ਮਿਹਨਤ ਕਰਕੇ ਤੇ ਜੀ। ਫਿਰ ਐਂਡ ਤੇ ਤੁਹਾਨੂੰ ਮਿਲਣੀ ਹੈ 4 ਮਣ ਏਕੜ ਦੇ ਹਿਸਾਬ ਨਾਲ। हाँ जी। ਤੇ ਤੁਸੀਂ ਕਿੰਨੀ ਕੁ ਕਣਕ ਯਾਨੀ ਕਿ ਇੱਕ ਦਿਨ ਦੇ ਵਿੱਚ ਇੱਕ ਏਕੜ ਵੱਢ ਲੈਂਦੇ ਜੀ? नहीं ये मसा तकरीबन 3 ਕੁ ਕਨਾਲਾਂ ਤਿੰਨਾਂ ਦਿਨਾਂ ਜਿਹੀ ਵੱਢਨੇ। ਇੱਕ ਬੰਦਾ ਇੰਨੀ ਵੱਢਦਾ ਜਾਂ ਦੋ ਬੰਦੇ ਮਿਲ ਕੇ? 3 ਬੰਦੇ ਜਾਂ 4 ਬੰਦੇ ਹੋਣੇ ਇਸ ਟਾਈਮ ਇੰਨੀ ਕੋਈ ਮਹਾ 3-4 ਕਨਾਲ ਵੱਢਨੇ ਆ। 4 ਬੰਦੇ ਮਿਲ ਕੇ ਸਾਡੇ 4 ਕਨਾਲ ਵੱਢਦੇ ਜੀ। ਜੀ। ਤੇ 4 ਬੰਦੇ ਫਿਰ 2 ਦਿਨ ਚ ਏਕੜ ਵੱਢਦੇ ਤੇ 4 ਬੰਦਿਆਂ ਤੋਂ ਉਹ ਫਰਮਾਨ ਯਾਨੀ ਕਿ ਤੁਹਾਨੂੰ ਆ ਗਈ ਫਿਰ ਸਰ ਜੀ ਇੰਨੀ ਤੇ ਮਹਿੰਗਾਈ ਹੋਈ ਵੀ ਤੇ ਅਸੀਂ ਦੱਸੋ ਕੀ ਕਰਦੇ ਨੇ। ਮਹਿੰਗਾਈ ਤੇ ਉਹੀ ਤਾਂ ਉਹ ਮੈਂ ਕਹਿ ਰਿਹਾ ਨਾ, ਫਿਰ ਤੇ ਕੁਝ ਵੀ ਨਹੀਂ ਤਾਂ ਹਾਂ ਤੇ ਮੁੱਲ ਲਈ ਨਹੀਂ ਜਾਂਦੀ, ਮਜ਼ਦੂਰ ਬੰਦੇ ਤਾਂ ਮੁੱਲ ਲਈ ਨਹੀਂ ਜਾਂਦੀ। ਤੇ ਅਸੀਂ ਦੱਸੋ ਫਿਰ ਕੀ ਕਰੀਏ? ਇਹੋ ਜਿਹਾ ਬੱਚੇ ਬੁੱਚੇ ਨਾਲ ਲੈ ਕੇ ਤੇ ਮਾਰੀ ਦੇ ਲੈ ਸਿਰ ਤੁੰਨੇ। ਤੇ ਜ਼ਿਮੀਂਦਾਰ ਵਿਚਾਰਾ ਵੀ ਉਹ ਵੀ ਕਹਿੰਦੇ ਨੇ ਕਿ ਜੀ ਗਵਰਨਮੈਂਟ ਨੇ ਰੇਟ ਤੇ ਵੀ ਘੱਟ ਕੱਢਿਆ, ਦੂਸਰਾ ਮਹਿੰਗਾਈ ਬੜੀ ਹੈ ਤੇ ਇੱਕ ਤੀਸਰੀ ਗੱਲ ਹੈ ਕਿ ਉਹ ਇਸ ਟਾਈਮ ਸਾਡੇ ਖਰੀਦ ਵੀ ਨਹੀਂ ਰਿਹਾ। ਉਹ ਕਹਿੰਦੇ ਅਸੀਂ ਬੜੇ ਮਜਬੂਰ ਆ। ਤੇ ਜ਼ਿਮੀਦਾਰ ਵੀ ਵਿਚਾਰੇ ਮਜਬੂਰ ਨੇ ਕਿ ਇੰਨੇ ਮਹਿੰਗਾਈਆਂ ਦੇ ਸ਼ੋਰੇ ਪਾ ਕੇ ਤੇ ਕੋਈ ਰੇਟ ਨਾ ਨਿਕਲਣ, ਤੇ ਜੋ ਰੇਟ ਉਹਨਾਂ ਦਾ ਟੁੱਟਾ ਤੇ ਨਾਲ ਸਾਡਾ ਵੀ ਟੁੱਟਾ ਜਾਏਗਾ, ਤੁਹਾਡਾ ਵੀ ਘੱਟ ਹੋ ਜਾਣਾ। ਹਾਂਜੀ ਸਹੀ। ਚਲੋ ਅਸੀਂ ਦੁਆ ਕਰਦੇ ਹਾਂ ਕਿ ਜੀ ਅੱਲਾਹ ਪਾਕ ਸਾਰੇ ਸਭ ਦੇ ਕਾਰੋਬਾਰ 'ਚ ਬਰਕਤ ਫਰਮਾਏ। ਤੁਸੀਂ ਵੀ ਰੋਜ਼ੀ ਕਮਾਉਣ ਦੀ ਮਿਹਨਤ ਕਰਦੇ ਜਿਹੜੇ। ਜੀ अस्सलाम वालेकुम। वालेकुम सलाम। ਕੀ ਹਾਲ ਜਨਾਬ? ਠੀਕ ਠਾਕ ਜੀ? ਤੁਸੀਂ ਸੁਣਾਓ? ਅੱਲਾ ਸ਼ੁਕਰ। ਕੀ ਨਾਮ ਆਪਣਾ? ਰਿਆਦ ਹੁਸੈਨ। ਰਿਆਜ਼ ਸਾਹਿਬ, ਤੁਸੀਂ ਕਿੰਨੀ ਦੇਰ ਹੋ ਗਈ ਹੈ ਕਿੰਨੀ ਵਾੜੀਆਂ ਕਰਦੇ ਜੀ? ਸਾਨੂੰ ਤਾਂ ਸ਼ੁਰੂ ਤੋਂ ਹੀ ਉਮਰ ਹੀ ਲੰਘ ਚੱਲੀ ਹੈ ਅੱਛਾ, ਇਹ ਹੈ ਤੁਸੀਂ ਹਾਂ। ਕਣਕ ਬੰਨ ਵੜਦੇ ਕਰਦੇ। ਤੇ ਤੁਸੀਂ ਵੀ ਤੁਹਾਨੂੰ ਯਾਨੀ ਕਿ ਨਾਲ ਕਣਕ ਬੜੇ 4 ਮਾਨੀ ਮਿਲਦੀ ਕਿ ਸਾਰਿਆਂ ਨੂੰ ਇੱਕ ਹੀ ਨਹੀਂ ਇੱਕ ਹੀ ਰੇਟ ਚੱਲਦਾ ਰੇਟ ਪਿਆ। ਹੀ। ਤੇ ਇੰਨੀ ਮਿਹਨਤ ਕਰਨ ਦੇ ਬਾਅਦ ਫਿਰ ਵੀ ਸਿਰਫ 4 ਮਨ ਤੇ ਉਹ ਤੇ ਉਹ ਮਜਬੂਰੀ ਨਾਲ ਹੀ ਹਰ ਬੰਦਾ ਕਰਦਾ ਹੈ। ਜ਼ਾਹਰੀ ਗੱਲ ਹੈ। ਹਾਂ ਠੀਕ। ਤੇ ਤੁਸੀਂ ਕੋਈ ਉਹਨਾਂ ਨੂੰ ਕਹਿੰਦੇ ਨਹੀਂ ਕਿ ਯਾਰ ਸਾਡਾ ਵੀ ਕੋਈ ਸੋਚੋ, ਜਿਹੜੇ ਜਿਹਨਾਂ ਜ਼ਮੀਨ ਉਹਨਾਂ ਦੀ ਜ਼ਮੀਨਾਂ ਵਾਲਿਆਂ ਨੂੰ ਕੋਈ ਬਚੇ ਤਾਂ ਉਹ ਵੀ ਦੇਣ। ਉਹਨਾਂ ਨੂੰ ਉਹ ਆਂਦੇ ਨੇ ਸਾਨੂੰ ਕੁਝ ਨਹੀਂ ਬਚਦਾ, ਸ਼ੋਰਾ 10,000 ਦੀ 12-13,000 ਦੀ DAP ਆਉਂਦੀ, 14,000 ਦੀ ਕਿ 15,000 ਦੀ। ਅੱਛਾ ਤੇ ਦੂਸਰੀ ਜਿਹੜੀ 5-6,000 ਦੀ ਯੂਰੀਆ ਹੈ ਉਹ ਕੀ ਕਰਨ? ਆਹ ਵੀ ਗੱਲ ਸੀ। ਉਹ ਖਰਚੇ ਤੇ ਵਹਾ ਹੈ ਠੇਕੇ ਦੇ ਜੇ ਲੱਖ ਰੁਪਇਆ ਠੇਕਾ ਭਰਦੇ ਨੇ ਪੈਗਰੇ, ਉਹ ਕਿੱਥੋਂ ਪੂਰਾ ਕਰਨਾ ਉਹਨਾਂ ਨੇ?
ਬਿਲਕੁਲ। ਇੱਥੇ ਹੁਣ ਲੱਖ ਰੁਪਏ ਠੇਕਾ ਹੋਇਆ ਖੜਾ ਹੈ। ਅੱਛਾ, ਹਾਂਜੀ ਠੇਕਾ ਵੀ ਤੇ ਬੜਾ ਹੋ ਗਿਆ। ਬੜਾ ਹੋ ਗਿਆ। ਲੱਖ ਰੁਪਇਆ ਠੇਕਾ ਹੈ ਤੇ ਫਿਰ ਉਹ ਜ਼ਿਮੀਂਦਾਰ ਨੇ ਕੋਈ ਮਿਹਨਤ ਕਰਨੀ ਹੈ ਖਾਦ ਵਗੈਰਾ ਤੇ ਉਹਨੇ ਵੀ ਤੇ ਕੋਈ ਚੀਜ਼ ਵਾਹ ਤੇ ਬੜੀ ਖੇਚਲ ਹੁੰਦੀ ਹੈ ਜੀ। ਅੱਛਾ, ਤੇ ਤੁਸੀਂ ਇਹ ਸੀਜ਼ਨ ਦੀ ਕਿੰਨੀ ਕੁ ਐਵਰੇਜ ਵੱਢ ਲੈਂਦੇ ਜੇ ਕਿੰਨੇ ਕੁ ਏਕੜ ਤੁਸੀਂ ਕਟਾਈ ਕਰ ਲੈਂਦੇ ਜੀ? ਸਾਰੀ ਦਿਹਾੜੀ ਲੱਗੇ ਰਹੀਏ ਨਾ ਤੇ ਸ਼ਾਮ ਤੱਕ 1.5 ਕਨਾਲ ਥਾਂ ਵੱਢ ਲੈ ਇੱਕ ਬੰਦਾ ਜਿਹੜਾ 1.5 ਕਨਾਲ ਚ ਵੱਢ ਲੈਂਦੇ ਨਾ। ਵੈਸੇ ਓਵਰਆਲ ਟੋਟਲ ਯਾਨੀ ਕਿ ਤੁਸੀਂ ਕਿੰਨੀ ਕੁ ਸੀਜ਼ਨ ਦੇ ਵਿੱਚ ਕਿੰਨੀ ਕੁ ਵੱਢ ਲੈਂਦੀ ਹੈ? ਸੀਜ਼ਨ 'ਚ ਉਹ ਜੀ ਬਹੁਤਾ ਤਾਂ ਇਹ ਵਢਾ ਲੈਂਦੇ ਨੇ ਦੂਰੇ ਕਟਰ ਤੋਂ ਹੀ ਵੱਡਿਆਂ ਤੋਂ। ਅੱਜ ਕੱਲ ਮਸ਼ੀਨਾਂ ਆਈਆਂ ਨੇ, ਮਸ਼ੀਨਾਂ ਤੋਂ ਹੀ ਵਢਾ ਇੱਕ ਦਿਨ ਲੈਂਦੇ ਦੇ ਨੇ। ਵਿੱਚ ਇਹਦਾ ਕੋਈ ਧੱਕੇ ਤੋਂ ਕਿਨਾ ਕੋਈ ਆਹ ਵੇਖਿਆ ਉਗਿਆ ਤੇ ਆਖਿਆ ਵੇਖਿਆ ਤੇ ਕੋਈ 2-2 ਕਿੱਲੇ ਕਿੱਲਾ ਵੱਢ ਲਈਦੀ, 2-2 ਕਿੱਲੇ 4-4 ਕਿੱਲੇ ਰਲ ਕੇ ਬੰਦੇ ਵੱਢ ਲੈਂਦੇ ਨੇ। ਠੀਕ ਇਹ ਹੀ ਹੁੰਦਾ ਹੋਰ ਯਾਨੀ ਕਿ ਬਸ ਇਹ ਕਿ ਇਹ ਦੋਸੀ ਦਾ ਆਪਣੀ ਖਾਣ ਜੋਗੀ ਤੁਸੀਂ ਇਕੱਠੀ ਕਰ ਲੈਂਦੇ ਆ। ਹਾਂ ਇਹ ਨਹੀਂ ਕਰ ਲਈ। ਚਲੋ ਇਹ ਵੀ ਬਿਹਤਰ ਹੈ ਤੇ ਇੱਕ ਬਜਾਏ ਮੈਂ ਦੇਖਿਆ ਕਿ ਦਿਹਾੜੀ ਵਾਲੇ ਲੋਕ ਨੇ ਦਿਹਾੜੀ ਕਰਕੇ ਆਉਂਦੇ ਨੇ, ਉਹ ਬਾਅਦ ਚ ਕਹਿੰਦੇ ਨੇ ਜੀ ਆਟਾ ਬੜਾ ਮਹਿੰਗਾ ਹੋ ਗਿਆ, ਇਹ ਹੋ ਗਿਆ ਉਹ ਹੋ ਗਿਆ, ਰੋਟੀ ਪੂਰੀ ਨਹੀਂ। ਇਸੇ ਤੋਂ ਹੀ ਤਾਂ ਦਿਹਾੜੀ ਦਿਹਾੜੀ ਹੈ, ਲੇਕਿਨ ਕਮ ਸੇ ਕਮ ਆਪਣੇ ਸਾਲ ਦੇ ਤੁਸੀਂ ਉਸ ਤਰ੍ਹਾਂ ਕਣਕ ਲਈ ਨਹੀਂ ਜਾਂਦੀ।